ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਡਿਪਰੈਸ਼ਨ ਯਾਨੀ ਮਾਨਸਿਕ ਤਣਾਅ। ਸੰਗਤ ਜੀ, ਡਿਪਰੈਸ਼ਨ ਇੱਕ ਐਸੀ ਮਾਨਸਿਕ ਸਥਿਤੀ ਹੈ ਜੋ ਬੰਦੇ ਨੂੰ ਮਾਨਸਿਕ ਤੌਰ 'ਤੇ ਅਪੰਗ ਬਣਾ ਦਿੰਦੀ ਹੈ। ਇਸ ਦੇ ਪ੍ਰਮੁੱਖ ਕੀ ਕਾਰਨ ਨੇ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਸ ਤੋਂ ਮੁਕਤੀ ਕਿਵੇਂ ਪਾਈ ਜਾ ਸਕਦੀ ਹੈ, ਆਓ ਸੰਗਤ ਜੀ ਗੁਰੂ ਸਦਕਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਵੇਖੋ ਸੰਗਤ ਜੀ, ਸਾਨੂੰ ਪਰਮਾਤਮਾ ਨੇ ਇੱਕ ਸੁੰਦਰ ਸਰੀਰ ਦੀ ਦਾਤ ਬਖਸ਼ੀ ਹੈ ਔਰ ਪਰਮਾਤਮਾ ਨੇ ਸਰੀਰ ਦੀ ਬਣਤਰ ਜਿਹੜੀ ਹੈ ਕੁਝ ਇਸ ਢੰਗ ਨਾਲ ਬਣਾਈ ਹੈ ਕਿ ਜੋ ਵੀ ਇਸ ਦੇ ਅੰਦਰ ਪਰਮਾਤਮਾ ਨੇ ਪਾਇਆ ਹੈ ਉਸ ਸਭ ਨੂੰ ਪਰਮਾਤਮਾ ਨੇ ਇੱਕ ਬੈਲੈਂਸ ਦੇ ਵਿੱਚ ਰੱਖਿਆ ਹੋਇਆ ਹੈ। ਜੇਕਰ ਉਹ ਬੈਲੈਂਸ ਕਦੀ ਅਨਬੈਲੈਂਸ ਹੋ ਜਾਂਦਾ ਹੈ, ਕੁਛ ਜਾਂ ਘਟ ਜਾਂਦਾ ਹੈ ਜਾਂ ਕੁਛ ਵੱਧ ਜਾਂਦਾ ਹੈ, ਅਤੇ ਫਿਰ ਸਾਡਾ ਜਿਹੜਾ ਸਰੀਰ ਹੈ ਉਹ ਰੋਗੀ ਹੋ ਜਾਂਦਾ ਹੈ। ਜਿਵੇਂ ਕਿ ਮੰਨ ਲਓ ਕਿ ਸਾਡਾ ਤਾਪ ਜਿਹੜਾ ਹੈ ਵੱਧ ਜਾਵੇ ਜਾਂ ਕਦੀ ਘਟ ਜਾਵੇ ਤਾਂ ਉਹ ਸਾਡੇ ਲਈ ਸਰੀਰ ਲਈ ਦਿੱਕਤ ਹੋ ਜਾਂਦੀ ਹੈ। ਜੇ ਅਸੀਂ ਅਧਿਆਤਮ ਦੀ ਗੱਲ ਕਰੀਏ ਤੇ 5 ਵਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ: ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਅਤੇ ਹੰਕਾਰ ਦੀ। ਸੰਗਤ ਜੀ, ਇਹ ਪੰਜੇ ਹੀ ਪਰਮਾਤਮਾ ਨੇ ਹੀ ਇਸ ਸਰੀਰ ਦੇ ਵਿੱਚ ਪਾਏ ਨੇ। ਇਸ ਦੇਹੀ ਵਿੱਚ ਪੰਜ ਚੋਰ ਵਸੇ। ਅਗਰ ਇਹ ਸੀਮਾ ਵਿੱਚ ਰਹਿਣ ਤੇ ਲਾਭਪ੍ਰਦ ਨੇ, ਪਰ ਜੇ ਸੀਮਾ ਨੂੰ ਉਲੰਘਣ ਕਰ ਦੇਣ, ਸੀਮਾ ਤੋਂ ਵੱਧ ਜਾਣ, ਤੇ ਸਾਡੇ ਲਈ ਇਹ ਪ੍ਰੋਬਲਮ ਖੜੀ ਕਰ ਦਿੰਦੇ ਨੇ। ਸਾਡੇ ਲਈ ਇਹ ਫਿਰ ਵਿਕਾਰ ਬਣ ਜਾਂਦੇ ਨੇ। ਸੰਗਤ ਜੀ, ਇਸੇ ਤਰ੍ਹਾਂ ਹੀ ਪਰਮਾਤਮਾ ਨੇ ਪ੍ਰੇਮ ਦਿੱਤਾ ਹੈ, ਦਿਮਾਗ ਦਿੱਤਾ ਹੈ। ਪਰਮਾਤਮਾ ਨੇ ਇਸ ਨੂੰ ਕੁਝ ਇਸ ਢੰਗ ਨਾਲ ਬਣਾਇਆ ਹੈ ਕਿ ਜੋ ਵੀ ਬਾਹਰੀ ਪ੍ਰਸਥਿਤੀਆਂ ਬਣਦੀਆਂ ਨੇ, ਸਾਡਾ ਜਿਹੜਾ ਦਿਮਾਗ ਹੈ ਉਹਨਾਂ 'ਤੇ ਰਿਐਕਟ ਕਰਦਾ ਹੈ ਅਤੇ ਸਾਡੇ ਅੰਦਰ ਪਰਮਾਤਮਾ ਨੇ ਬਹੁਤ ਸਾਰੇ ਕੁਝ ਇਮੋਸ਼ਨਸ ਵੀ ਪਾਏ ਨੇ। ਉਹਨਾਂ ਵਿੱਚੋਂ ਪ੍ਰਮੁੱਖ ਨੇ ਪਹਿਲਾ ਖੁਸ਼ੀ, ਦੂਜਾ ਉਦਾਸੀ, ਤੀਜਾ ਕ੍ਰੋਧ, ਚੌਥਾ ਘ੍ਰਿਣਾ ਜਿਸ ਨੂੰ ਅਸੀਂ ਈਰਸ਼ਾ ਜਾਂ ਦਵੇਸ਼ ਵੀ ਕਹਿ ਸਕਦੇ ਹਾਂ, ਅਤੇ ਪੰਜਵਾਂ ਹੈ ਸਰਪ੍ਰਾਈਜ਼ ਭਾਵ ਅਚੰਭਿਤ ਹੋ ਜਾਣਾ, ਅਤੇ ਛੇਵਾਂ ਹੈ ਡਰ। ਇਹ ਜਿਹੜੇ ਨੇ ਭਾਵਨਾਵਾਂ ਜਿਹੜੀਆਂ ਵੀ ਨੇ, ਇਹ ਹਰ ਬੰਦੇ ਦੇ ਮਨ ਦੇ ਵਿੱਚ, ਹਰ ਬੰਦੇ ਦੇ ਸਰੀਰ ਦੇ ਵਿੱਚ ਸਾਨੂੰ ਮਿਲਣਗੀਆਂ। ਸੋ ਸੰਗਤ ਜੀ, ਜੇਕਰ ਇਹ ਸਾਰੇ ਇਮੋਸ਼ਨ ਜੇ ਸੀਮਾ ਵਿੱਚ ਰਹਿਣ, ਭਾਵ ਬੈਲੈਂਸ ਵਿੱਚ ਰਹਿਣ, ਤਾਂ ਕੋਈ ਪਰੇਸ਼ਾਨੀ ਨਹੀਂ ਹੈ। ਜਦੋਂ ਇਹ ਵੱਧ ਜਾਂਦੇ ਨੇ ਜਾਂ ਇਹ ਅਨਬੈਲੈਂਸ ਹੋ ਜਾਂਦੇ ਨੇ, ਤਾਂ ਇਹਨਾਂ ਦਾ ਵਧਣਾ ਹੀ ਸਾਡੇ ਲਈ ਸਟ੍ਰੈਸ ਬਣ ਜਾਂਦਾ ਹੈ
ਤਣਾਅ ਬਣ ਜਾਂਦਾ ਹੈ, ਚਿੰਤਾ ਦਾ ਕਾਰਨ ਬਣ ਜਾਂਦਾ ਹੈ, ਡਿਪਰੈਸ਼ਨ ਬਣ ਜਾਂਦਾ ਹੈ। ਹੁਣ ਸੰਗਤ ਜੀ ਅਸੀਂ ਇਹ ਸਮਝਦੇ ਹਾਂ ਕਿ ਇਹ ਵੱਧਦੀਆਂ ਕਿਸ ਤਰ੍ਹਾਂ ਨੇ, ਕਿਵੇਂ ਇਹ ਸਾਡੇ ਵਾਸਤੇ ਤਣਾਅ ਦਾ ਕਾਰਨ ਬਣ ਜਾਂਦੀਆਂ ਨੇ, ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਨੇ, ਅਤੇ ਅਸੀਂ ਨਾਲ ਹੀ ਇਹ ਵੀ ਸਮਝਾਂਗੇ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਸੰਗਤ ਜੀ, ਪਰਮਾਤਮਾ ਦੇ ਪਵਿੱਤਰ ਬਚਨ ਨੇ, ਪਰਮਾਤਮਾ ਕਹਿੰਦੇ ਨੇ ਕਿ ਹਰ ਮਨੁੱਖ ਦੇ ਵਿੱਚ ਦੋ ਪਰਿਸਥਿਤੀਆਂ ਹਰ ਵਕਤ ਬਣੀਆਂ ਰਹਿੰਦੀਆਂ ਨੇ। ਪਹਿਲੀਆਂ ਉਹ ਜਿਹੜੀਆਂ ਸਾਡੇ ਵਿੱਚ ਨੇ, ਸਾਡੇ ਕੰਟਰੋਲ ਵਿੱਚ ਨੇ, ਜਿਨ੍ਹਾਂ ਨੂੰ ਅਸੀਂ ਬਦਲ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੇ ਕਾਬੂ ਵਿੱਚ ਕਰ ਸਕਦੇ ਹਾਂ, ਯਾਨੀ ਕਿ ਉਹ ਸਾਡੇ ਪੂਰੀ ਤਰ੍ਹਾਂ ਉਹ ਕੰਟਰੋਲ ਨੇ। ਪਹਿਲੀ ਜਿਹੜੀ ਇਹ ਪਰਿਸਥਿਤੀ ਉਹ ਹੈ। ਅਤੇ ਦੂਜੀ ਸੰਗਤ ਜੀ ਉਹ ਹੈ ਜਿਸ 'ਤੇ ਸਾਡਾ ਵੱਸ ਨਹੀਂ ਹੈ, ਸਾਡਾ ਜ਼ੋਰ ਨਹੀਂ ਹੈ, ਸਾਡੀ ਤਾਕਤ ਨਹੀਂ ਹੈ, ਜਿਨ੍ਹਾਂ ਨੂੰ ਅਸੀਂ ਨਹੀਂ ਬਦਲ ਸਕਦੇ। ਪਾਤਸ਼ਾਹ ਕਹਿੰਦੇ ਨੇ ਕਿ ਜਿਸ ਨੂੰ ਤੁਸੀਂ ਬਦਲ ਨਹੀਂ ਸਕਦੇ ਉਸ ਨੂੰ ਬਦਲ ਦਿਓ, ਅਤੇ ਜਿਸ ਨੂੰ ਤੁਸੀਂ ਬਦਲ ਨਹੀਂ ਸਕਦੇ ਉਸ ਨੂੰ ਕਬੂਲ ਕਰ ਲਓ। ਪਰ ਸੰਗਤ ਜੀ ਬਹੁਤ ਵਾਰੀ ਕੀ ਹੁੰਦਾ ਹੈ ਕਿ ਸਾਡੀ ਚਿੰਤਾ ਦਾ, ਸਾਡੀ ਡਿਪਰੈਸ਼ਨ ਦਾ ਕੀ ਕਾਰਨ ਬਣ ਜਾਂਦਾ ਹੈ ਕਿ ਜਿਹੜੀਆਂ ਅਸੀਂ ਬਦਲ ਸਕਦੇ ਹਾਂ ਉਹ ਤਾਂ ਅਸੀਂ ਬਦਲ ਦਿੰਦੇ ਹਾਂ, ਪਰ ਜਿਹੜੀਆਂ ਸਾਡੇ ਕੋਲੋਂ ਬਦਲੀਆਂ ਨਹੀਂ ਜਾਂਦੀਆਂ ਅਸੀਂ ਯਤਨ ਕਰਦੇ ਹਾਂ ਕਿ ਉਸ ਨੂੰ ਬਦਲਣ ਦਾ, ਪਰ ਬਦਲੀਆਂ ਸਾਡੇ ਕੋਲ ਨਹੀਂ ਜਾਂਦੀਆਂ। ਪਰ ਅਸੀਂ ਇਹ ਮੰਨਣ ਵਾਸਤੇ ਰਾਜੀ ਨਹੀਂ ਹੁੰਦੇ, ਭਾਵ ਇਹ ਕਬੂਲਣ ਵਾਸਤੇ ਹੀ ਰਾਜੀ ਨਹੀਂ ਹੁੰਦੇ ਕਿ ਇਹ ਜਿਹੜੀਆਂ ਨੇ ਮੇਰੇ ਕੋਲੋਂ ਬਦਲੀਆਂ ਨਹੀਂ ਜਾ ਰਹੀਆਂ। ਸੰਗਤ ਜੀ ਇੱਕ ਛੋਟਾ ਜਿਹਾ ਉਦਾਹਰਣ ਦਿੰਦੇ ਹਾਂ ਅਸੀਂ ਕਿ ਮੰਨ ਲਓ ਮੈਨੂੰ ਮੇਰੇ ਘਰ ਦਾ ਪੇਂਟ ਜਿਹੜਾ ਹੈ ਚੰਗਾ ਨਹੀਂ ਲੱਗਦਾ, ਠੀਕ ਹੈ ਜੀ। ਅਤੇ ਮੇਰੇ ਪਾਸ ਹੁਣ ਦੋ ਪਰਿਸਥਿਤੀਆਂ ਨੇ, ਜਾਂ ਜੇ ਮੈਨੂੰ ਹੁਣ ਇਹ ਘਰ ਦਾ ਪੇਂਟ ਚੰਗਾ ਨਹੀਂ ਲੱਗਦਾ ਜਾਂ ਤਾਂ ਮੈਂ ਇਸ ਨੂੰ ਹੁਣ ਬਦਲ ਦਿਆਂ, ਔਰ ਜਾਂ ਫਿਰ ਜੇ ਨਹੀਂ ਬਦਲ ਸਕਦਾ ਤਾਂ ਉਸ ਨੂੰ ਮੈਂ ਕਬੂਲ ਕਰ ਲਾਂ। ਚਲੋ ਮੇਰੀ ਬਜਟ ਵਿੱਚ ਸੀ, ਮੈਂ ਇਸ ਨੂੰ ਬਦਲ ਲਿਆ। ਪਰ ਮੰਨ ਲਓ ਕਿ ਮੇਰਾ ਹੁਣ ਇਹ ਘਰ ਵੀ ਮੈਨੂੰ ਚੰਗਾ ਨਹੀਂ ਲੱਗਦਾ, ਜਿਸ ਘਰ ਦੇ ਵਿੱਚ ਮੈਂ ਰਹਿੰਦਾ ਹਾਂ, ਜਿਸ ਮੁਹੱਲੇ ਦੇ ਵਿੱਚ ਰਹਿੰਦਾ ਹਾਂ, ਜਿਸ ਸ਼ਹਿਰ ਦੇ ਵਿੱਚ ਰਹਿੰਦਾ, ਉਹ ਸ਼ਹਿਰ ਹੀ ਨਹੀਂ ਹੁਣ ਚੰਗਾ ਲੱਗਦਾ, ਤਾਂ ਹੁਣ ਵੀ ਮੇਰੇ ਕੋਲ ਦੋ ਹੀ ਪਰਿਸਥਿਤੀਆਂ, ਜਾਂ ਤਾਂ ਮੈਂ ਆਪਣਾ ਘਰ ਜਾਂ ਮੁਹੱਲਾ ਜਾਂ ਸ਼ਹਿਰ ਬਦਲ ਲਵਾਂ, ਜੇ ਨਹੀਂ ਬਦਲ ਸਕਦਾ ਤਾਂ ਮੈਂ ਫਿਰ ਇਸ ਨੂੰ ਕਬੂਲ ਕਰ ਲਾਂ, ਮੈਨੂੰ ਕਬੂਲਣਾ ਪਵੇਗਾ। ਪਰ ਹੁਣ ਮੇਰੇ ਕੋਲ ਇਸ ਦੀ ਤਾਕਤ ਨਹੀਂ ਕਿ ਮੈਂ ਹੁਣ ਇਹਨੂੰ ਬਦਲਾਂ। ਮੇਰੀ ਵੱਡੀ ਮੁਸੀਬਤ ਹੈ ਕਿ ਮੈਂ ਕਬੂਲ ਨਹੀਂ ਕਰ ਰਿਹਾ। ਸੋ ਸੰਗਤ ਜੀ ਜਿਹੜੀ ਵਿਚਲੀ ਜਿਹੜੀ ਸਥਿਤੀ ਹੈ ਉਹ ਤਣਾਅ ਪੈਦਾ ਸਾਡੇ ਅੰਦਰ ਕਰਦੀ ਹੈ, ਜਿਸ ਦੇ ਨਾਲ ਸਾਨੂੰ ਡਿਪਰੈਸ਼ਨ ਦੇ ਵਿੱਚ ਜਾਣਾ ਪੈ ਜਾਂਦਾ ਹੈ, ਡਿਪਰੈਸ਼ਨ ਦੇ ਅਸੀਂ ਸ਼ਿਕਾਰ ਹੋ ਜਾਂਦੇ ਹਾਂ। ਸੰਗਤ ਜੀ ਦੂਸਰਾ ਜੋ ਤਣਾਅ ਦਾ ਕਾਰਨ ਹੁੰਦਾ ਹੈ ਉਹ ਇਹ ਹੈ ਕਿ ਅਸੀਂ ਹਮੇਸ਼ਾ ਜਿੱਤਣਾ ਚਾਹੁੰਦੇ ਹਾਂ, ਖੁਸ਼ ਰਹਿਣਾ ਚਾਹੁੰਦੇ ਹਾਂ, ਹਮੇਸ਼ਾ ਲਾਭ ਕਮਾਉਣਾ ਚਾਹੁੰਦੇ ਹਾਂ, ਯਾਨੀ ਅਸੀਂ ਜਿੱਤ ਨੂੰ ਤਾਂ ਪਸੰਦ ਕਰਦੇ ਹਾਂ ਪਰ ਹਾਰ ਨੂੰ ਪਸੰਦ ਨਹੀਂ ਕਰਦੇ।
ਅਗਰ ਇਹ ਸਥਿਤੀ ਸਾਡੀ ਬਣੀ ਰਹੇਗੀ ਤੇ ਤਣਾਅ ਸਾਡੇ ਵਿੱਚ ਜ਼ਰੂਰ ਰਹੇਗਾ। ਅਸੀਂ ਤਣਾਅ ਦਾ ਜਿਹੜਾ ਹੈ ਸ਼ਿਕਾਰ ਅਸੀਂ ਹਮੇਸ਼ਾ ਜ਼ਰੂਰ ਬਣੇ ਰਹਾਂਗੇ। ਅਗਰ ਜਿੱਤ ਹੈ ਤੇ ਹਾਰਨਾ ਵੀ ਹੈ, ਅਗਰ ਲਾਭ ਹੈ ਤਾਂ ਨੁਕਸਾਨ ਵੀ ਹੈ। ਜੇ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝ ਜਾਵਾਂਗੇ ਤਾਂ ਸੰਗਤ ਜੀ ਕਦੀ ਵੀ ਮਾਨਸਿਕ ਰੋਗੀ ਨਹੀਂ ਹੋਵਾਂਗੇ। ਇਸ ਨੂੰ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ, ਇसी परिस्थिति ਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਹੁਕਮ ਰਜਾਈ ਚੱਲਣਾ, ਲਾਲ ਨਾਨਕ ਲਿਖਿਆ ਨਾਲ। ਸੰਗਤ ਜੀ ਤਣਾਅ ਦਾ ਜਿਹੜਾ ਤੀਸਰਾ ਕਾਰਨ ਹੈ ਉਹ ਹੈ ਕਿ ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦਿੰਦੀਆਂ ਨੇ ਉਸ ਨੂੰ ਅਸੀਂ ਪਕੜ ਲੈਂਦੇ ਹਾਂ, ਉਸ ਨੂੰ ਅਸੀਂ ਛੱਡਣਾ ਨਹੀਂ ਚਾਹੁੰਦੇ। ਪਰ ਸੰਗਤ ਜੀ ਇਸ ਸੰਸਾਰ ਦੇ ਵਿੱਚ ਕੁਛ ਵੀ ਪਰਮਾਨੈਂਟ ਨਹੀਂ ਹੈ, ਕੁਛ ਵੀ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ, ਕਿਆ ਮੰਗੂ ਕਿਛ ਥਿਰ ਨਾ ਰਹਾਈ। ਭਾਵ ਇੱਥੇ ਕੋਈ ਵੀ ਥਿਰ ਰਹਿਣ ਵਾਲਾ ਨਹੀਂ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਅਸੀਂ ਸੰਜੋਗ ਤਾਂ ਚਾਹੁੰਦੇ ਹਾਂ ਪਰ ਵਿਜੋਗ ਕਬੂਲ ਕਰਨਾ ਨਹੀਂ ਚਾਹੁੰਦੇ। ਸੋ ਸੰਗਤ ਜੀ, ਜੇਕਰ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਲੈ ਲੈਂਦੇ ਹਾਂ ਤੇ ਮਾਨਸਿਕ ਰੋਗੀ ਅਸੀਂ ਕਦੀ ਵੀ ਨਹੀਂ ਹੋਵਾਂਗੇ। ਪਾਤਸ਼ਾਹ ਕਹਿੰਦੇ ਨੇ, ਗੁਰਬਾਣੀ ਪੜ੍ਹੋ। ਗੁਰਬਾਣੀ ਪੜ੍ਹਨ ਨਾਲ ਆਨੰਦ ਦੀ ਸਥਿਰਤਾ, ਆਨੰਦ ਦਾ ਟਿਕਾਓ ਸਾਡੇ ਅੰਦਰ ਪੈਦਾ ਹੁੰਦਾ ਹੈ। ਸੰਗਤ ਜੀ, ਜਦ ਤੱਕ ਅਸੀਂ ਗੁਰਬਾਣੀ ਦੇ ਨਾਲ, ਗੁਰਬਾਣੀ ਦੇ ਸ਼ਬਦ ਨਾਲ ਨਹੀਂ ਜੁੜਦੇ, ਸਾਡੇ ਅੰਦਰ ਟਿਕਾਓ ਨਹੀਂ ਬਣੇਗਾ। ਇਸੇ ਕਰਕੇ ਅਸੀਂ ਮਾਨਸਿਕ ਰੋਗੀ ਹੋ ਜਾਂਦੇ ਹਾਂ। ਸੰਗਤ ਜੀ, ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਦੁੱਖ ਨੂੰ ਵੀ ਕਦੀ ਦੁੱਖ ਕਰਕੇ ਨਾ ਜਾਣ ਤੇ ਸੁੱਖ ਨੂੰ ਵੀ ਕਦੀ ਸੁੱਖ ਕਰਕੇ ਨਾ ਜਾਣ। ਸਹਿਜ ਰਹੋ। ਜਿਸ ਤਰ੍ਹਾਂ ਸਾਨੂੰ ਪਰਮਾਤਮਾ ਨੇ ਬਣਾਇਆ ਹੈ ਉਸੀ ਤਰ੍ਹਾਂ ਰਹੋ ਤੇ ਫਿਰ ਅਸੀਂ ਕਦੀ ਵੀ ਮਾਨਸਿਕ ਰੋਗੀ ਨਹੀਂ ਹੋਵਾਂਗੇ। ਸੰਗਤ ਜੀ, ਹੋਈਆਂ ਬੇਅੰਤ ਭੁੱਲਾਂ ਨੂੰ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।